बच्चे को संडे इवनिंग यहाँ लाया गया था तो ऑलमोस्ट अनकॉन्शियस, कोई पल्स नहीं और पूरा नीला पड़ा हुआ था। जैसा कि उसके सिम्टम, जैसे उनके पेरेंट्स ने बोला है कि उसने पहले कहा कि घबराहट हुई है, पसीना आया है, तो ऐसा लगता है कि ये हार्ट अटैक कहना बड़ा डिफ़िकल्ट है इस एज ग्रुप पे। हार्ट अटैक होते हैं इस एज ग्रुप पे, लेकिन वो बहुत रेयर हैं, बहुत अनकॉमन है। ਜੋ ਉਹਦੇ ਪਰਿਵਾਰ ਤੋਂ ਪਤਾ ਲੱਗਿਆ ਕਿ ਬੱਚਾ ਖੇਡ ਰਿਹਾ ਸੀਗਾ, ਖੇਡਦੇ ਇੱਕਦਮ ਉਹ ਤੁਸੀਂ ਦੱਸ ਰਹੇ ਹੋ ਕਿ ਸਿੰਪਟਮਸ ਤਾਂ ਹਾਰਟ ਅਟੈਕ ਵਾਲੇ ਹੀ ਲੱਗ ਰਹੇ ਨੇ, ਤਾਂ ਕੀ ਮੁੱਖ ਕਾਰਨ ਤੁਸੀਂ ਤੁਹਾਡੀ ਇਨਵੈਸਟੀਗੇਸ਼ਨਸ ਹੁਣ ਤੱਕ ਜਾਂ ਤੁਹਾਡਾ ਤਜਰਬਾ, ਤੁਹਾਡਾ ਐਕਸਪੀਰੀਅੰਸ ਕੀ ਕਹਿ ਰਿਹਾ ਕਿ ਕੀ ਹੋਇਆ ਹੋਏਗਾ? ओबियसली सडन डेथ है, क्योंकि इसने टाइम नहीं दिया है, तो ये सडन कार्डियक डेथ ही है डेफिनेटली। ਇਹੋ ਜਿਹੀਆਂ ਚੀਜ਼ਾਂ ਰਹੀਆਂ ਹੋਣਗੀਆਂ ਕਿ ਠੰਡ ਸੀਗੀ ਜਾਂ ਕੁਝ ਇਹੋ ਜਿਹਾ ਖਾ ਲਿਆ, ਖਾਣ ਪੀਣ ਕਾਰਨ ਹੋਇਆ ਹੋ ਸਕਦਾ ਹੈ, ਜਾਂ ਬੱਚਾ ਬਹੁਤ ਜ਼ਿਆਦਾ ਖੇਡ ਰਿਹਾ ਸੀਗਾ ਉਹ ਤਾਂ ਇੱਕ ਕਾਰਨ ਹੋ ਸਕਦਾ ਹੈ। ਇਹ ਕਾਰਨ ਸਰ ਸਮਝਣਾ ਬੜਾ ਜ਼ਰੂਰੀ ਹੋਇਆ ਪਿਆ। बच्चों में भी हार्ट अटैक हो सकते हैं, लेकिन उनके बैकग्राउंड में कुछ रीजंस होते हैं। ਜੰਕ ਫੂਡ, ਮੈਦਾ ਖਾ ਰਹੇ ਹੈ, ਮਿਓਨੀਜ਼ ਬੱਚੇ ਜ਼ਿਆਦਾ ਖਾ ਰਹੇ ਨੇ, ਕੀ ਇਹ ਵੀ ਇੱਕ ਕਾਰਨ ਇਹਨਾਂ ਬਿਮਾਰੀਆਂ ਵੱਲ ਜਾ ਰਿਹਾ ਹੈ? ਜਾਂ ਇਹ ਇੱਕ ਕਾਰਨ ਜੋੜ ਕੇ ਦੇਖ ਸਕਦੇ ਹਾਂ? इस बच्चे पे ये कहना कि एग्जैक्टली क्या हुआ, इट्स वेरी डिफिकल्ट। ਬੜਾ ਹੀ ਹੈਰਾਨ ਕਰਨ ਵਾਲਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ, ਜਿੱਥੇ 8 ਸਾਲ ਦਾ ਬੱਚਾ ਖੇਡਦੇ ਹੋਏ ਇਸ ਸੰਸਾਰ ਨੂੰ ਛੱਡ ਕੇ ਚਲਾ ਗਿਆ। ਫਿਰੋਜ਼ਪੁਰ ਦੇ ਰਹਿਣ ਵਾਲਾ ਇਹ ਬੱਚਾ ਆਪਣੇ ਨਾਨਕੇ ਘਰ, ਆਪਣੇ ਨਾਨੇ ਦੇ ਘਰ ਹੋਰ ਬੱਚਿਆਂ ਦੇ ਨਾਲ ਖੇਡ ਰਿਹਾ ਸੀਗਾ। ਇੱਕੋ ਦਮ ਉਸ ਬੱਚੇ ਨੂੰ ਦਰਦ ਹੁੰਦੀ ਹੈ, ਉਹ ਬੱਚਾ ਨਡਾਲ ਹੋ ਜਾਂਦਾ। ਜਦੋਂ ਹਸਪਤਾਲ ਲਿਆਂਦਾ ਗਿਆ ਉਸ 8 ਸਾਲ ਦੇ ਮਾਸੂਮ ਬੱਚੇ ਨੂੰ, ਤਾਂ ਉਹ ਬਰੋਡ ਡੈਡ ਪਾਇਆ ਗਿਆ, ਇਸ ਸੰਸਾਰ ਨੂੰ ਛੱਡ ਕੇ ਜਾ ਚੁੱਕਿਆ ਸੀਗਾ। ਹੈਰਾਨ ਕਰਨ ਵਾਲਾ ਮਾਮਲਾ ਇਸ ਕਰਕੇ ਹੈ ਕਿ ਆਮ ਰੂਟੀਨ ਦੇ ਵਿੱਚ ਜਿਵੇਂ ਬੱਚੇ ਖੇਡਦੇ ਨੇ, ਉਸੇ ਤਰ੍ਹਾਂ ਉਹ ਬੱਚਾ ਵੀ ਖੇਡ ਰਿਹਾ ਸੀਗਾ ਔਰ ਇੱਕਦਮ ਉਹਦੀ ਡੈਥ ਹੋ ਜਾਂਦੀ ਹੈ। ਇਹ ਅਮੂਮਨ ਇਸ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਜਾਂ ਸਾਡੇ ਬੱਚਿਆਂ ਦੇ ਨਾਲ ਤਾਂ ਇਸ ਤਰ੍ਹਾਂ ਨਹੀਂ ਹੁੰਦਾ, ਔਰ ਇਸੇ ਕਰਕੇ ਇਸ ਮਾਮਲੇ ਨੇ ਸਾਰਿਆਂ ਨੂੰ ਇੱਕ ਵਾਰੀ ਚੌਂਕਾ ਦਿੱਤਾ ਹੈ ਔਰ ਹਰ ਘਰ ਦਾ ਜੀ ਆਪਣੇ ਬੱਚਿਆਂ ਵੱਲ ਇਸ ਘਟਨਾ ਤੋਂ ਬਾਅਦ ਦੇਖ ਰਿਹਾ। ਔਰ ਕਿਉਂ ਇਹ ਘਟਨਾ ਵਾਪਰੀ ਹੋਏਗੀ, ਕਿਵੇਂ ਉਸ ਬੱਚੇ ਦੀ ਮੌਤ ਹੋਈ, ਕੀ ਉਹਦੀ ਮੈਡੀਕਲ ਕੰਡੀਸ਼ਨ ਸੀਗੀ, ਉਹਨੂੰ ਹਾਰਟ ਅਟੈਕ ਆਇਆ ਸੀਗਾ ਜਾਂ ਕੀ ਹੋਇਆ ਸੀਗਾ, ਇਹ ਤਮਾਮ ਪਹਿਲੂਆਂ ਨੂੰ ਆਪਾਂ ਸਮਝਣ ਦੇ ਲਈ ਉਸੇ ਹਸਪਤਾਲ ਦੇ ਵਿੱਚ ਬੈਠੇ ਹਾਂ ਜਿੱਥੇ ਉਸ ਬੱਚੇ ਨੂੰ ਲਿਆਂਦਾ ਗਿਆ ਸੀਗਾ। ਫਿਰੋਜ਼ਪੁਰ ਦਾ ਅਮਨਦੀਪ ਹਸਪਤਾਲ ਹੈ। ਸਾਡੇ ਨਾਲ ਕਾਰਡੀਓਲੋਜੀ ਡਿਪਾਰਟਮੈਂਟ ਦੇ ਹੈੱਡ ਨੇ ਡਾਕਟਰ ਹਾਕਿਮ ਇਰਫਾਨ ਸ਼ੌਕਤ, ਉਸੇ ਡਿਪਾਰਟਮੈਂਟ ਨੂੰ ਹੈੱਡ ਕਰਦੇ ਨੇ ਜਿੱਥੇ ਉਸ ਬੱਚੇ ਨੂੰ ਲਿਆਂਦਾ ਗਿਆ ਸੀਗਾ, ਮੈਡੀਕਲ ਟਰੀਟਮੈਂਟ ਦਿੱਤਾ ਗਿਆ ਸੀਗਾ। ਪਰ ਹਸਪਤਾਲ ਦੇ ਮੁਤਾਬਕ ਜਦੋਂ ਬੱਚਾ ਇੱਥੇ ਆਇਆ ਉਹ ਬਰੋਡ ਡੈਡ ਹੀ ਸੀਗਾ, ਉਹ ਪਲਸ ਰੇਟ ਉਹਦੀ ਨਹੀਂ ਚੱਲ ਰਹੀ ਸੀਗੀ। ਡਾਕਟਰ ਸਾਹਿਬ ਤੋਂ ਆਪਾਂ ਸਮਝਦੇ ਹਾਂ। ਡਾਕਟਰ ਸਾਹਿਬ, ਬਹੁਤ ਹੈਰਾਨ ਕਰਨ ਵਾਲਾ ਇਹ ਮਾਮਲਾ ਸਾਡੇ ਸਾਹਮਣੇ ਆਇਆ। ਮੈਂ ਪਹਿਲਾਂ ਤਾਂ ਉਹ ਘਟਨਾ ਬਾਰੇ ਹੀ ਜਾਣਕਾਰੀ ਲੈਣਾ ਚਾਹਾਂਗਾ ਕਿ ਤੁਹਾਡੇ ਹਸਪਤਾਲ ਦੇ ਵਿੱਚ ਕਦੋਂ ਉਸ ਬੱਚੇ ਨੂੰ ਲਿਆਂਦਾ ਗਿਆ, ਕੀ ਕੰਡੀਸ਼ਨ ਸੀਗੀ ਉਹਦੀ? जी, बच्चे को संडे इवनिंग यहाँ लाया गया था तो ऑलमोस्ट अनकॉन्शियस, कोई पल्स नहीं और पूरा नीला पड़ा हुआ था। तो इमीडिएटली हमारा जो इमरजेंसी टीम है उनने उसको रिवाइव करने की कोशिश की, CPR किया, बट कोई रिवाइव नहीं हो पाया। बड़ा पेनफुल होता है फैमिली के लिए भी और पेरेंट्स के लिए खासकर, कि वो विद इन हाफ एन आवर हमें डिक्लेयर करना पड़ा कि उसके डेथ हो चुकी है। तो जैसा कि उसके सिम्टम, जैसे उनके पेरेंट्स ने बोला है कि उसने पहले कहा कि घबराहट हुई है, पसीना आया है, तो ऐसा लगता है कि ये हार्ट अटैक कहना बड़ा डिफ़िकल्ट है इस एज ग्रुप पे। हार्ट अटैक होते हैं इस एज ग्रुप पे, लेकिन वो बहुत रेयर हैं, बहुत अनकॉमन है। बट कुछ कॉमन जो कंजेनिटल डिसऑर्डर्स हैं, जिसको एरिथ्मोजेनिक डिसऑर्डर्स कहते हैं, बहुत सारे होते हैं जो ऐसे सिम्टम्स दे सकते हैं और सडन डेथ दे सकते हैं। जैसे लॉन्ग क्यूटी सिंड्रोम होते हैं, शॉर्ट क्यूटी सिंड्रोम्स, ब्रुगाडा सिंड्रोम, बहुत सारे सिंड्रोम्स ऐसे हैं। और कंजेनिटल हार्ट डिजीज़ बहुत सारी हैं जो सडन डेथ दे सकती हैं, खासकर जो जिसमें एरिथमिया होता है, जो हार्ट की धड़कन होती है वो स्लो हो सकती है, उल्टी चल सकती है हार्ट में, और वो सडन डेथ दे सकती है। तो एग्जैक्टली कहना कि इस बच्चे को हार्ट अटैक हुआ वो बड़ा डिफ़िकल्ट है, क्योंकि कोई इवैल्यूएशन का टाइम नहीं मिला। वो ऑलमोस्ट नियर ब्रॉड डेड आया था यहाँ पे, और सिर्फ यहाँ पे हमें रिवाइव करने का मौका मिला कि हमने CPR किया, रिवाइव करने की कोशिश की, जो नहीं हुआ। ਤੁਸੀਂ ਉਸੇ ਤਰ੍ਹਾਂ ਦਾ ਐਮਰਜੈਂਸੀ ਡੀਲ ਕੀਤੀ, ਉਸੇ ਤਰ੍ਹਾਂ ਪੇਸ਼ੈਂਟ ਨੂੰ ਟਰੀਟਮੈਂਟ ਦਿੱਤਾ ਜੋ ਤੁਸੀਂ ਅਡਲਟਸ ਨੂੰ ਜਾਂ ਬਜ਼ੁਰਗਾਂ ਨੂੰ ਦਿੰਦੇ ਹੋ ਐਸੀ ਕੰਡੀਸ਼ਨ ਦੇ ਵਿੱਚ, ਉਹੀ ਟਰੀਟਮੈਂਟ ਦੇਣਾ ਪਿਆ? जैसा हमारा क्रिटिकल टीम है, ये आर ट्रेन फॉर अडल्ट एज वेल एज पीडियाट्रिक्स। तो जैसे पीडियाट्रिक्स को ट्रीट किया जाता है इमरजेंसी में, वो एग्जैक्टली एज पर गाइडलाइंस वैसे ट्रीट किया गया। ਡਾਕਟਰ ਸਾਹਿਬ, ਕਿਉਂਕਿ ਬੜਾ ਹੀ ਆਪਣੇ ਆਪ ਦੇ ਵਿੱਚ ਵੱਖਰੀ ਘਟਨਾ ਵਾਪਰੀ ਹੈ, ਔਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕੁਝ ਸਿੰਡਰੋਮਸ ਹੁੰਦੇ ਨੇ, ਦਿਲ ਦੀ ਧੜਕਨ
ਪੁੱਠੀ ਵੀ ਚੱਲ ਸਕਦੀ ਹੈ। ਜੋ ਉਹਦੇ ਪਰਿਵਾਰ ਤੋਂ ਪਤਾ ਲੱਗਿਆ ਕਿ ਬੱਚਾ ਖੇਡ ਰਿਹਾ ਸੀਗਾ, ਖੇਡਦੇ ਇੱਕਦਮ ਉਹ ਤੁਸੀਂ ਦੱਸ ਰਹੇ ਹੋ ਕਿ ਸਿੰਪਟਮਸ ਤਾਂ ਹਾਰਟ ਅਟੈਕ ਵਾਲੇ ਹੀ ਲੱਗ ਰਹੇ ਨੇ, ਤਾਂ ਕੀ ਮੁੱਖ ਕਾਰਨ ਤੁਸੀਂ ਤੁਹਾਡੀ ਇਨਵੈਸਟੀਗੇਸ਼ਨਸ ਹੁਣ ਤੱਕ ਜਾਂ ਤੁਹਾਡਾ ਤਜਰਬਾ, ਤੁਹਾਡਾ ਐਕਸਪੀਰੀਅੰਸ ਕੀ ਕਹਿ ਰਿਹਾ ਕਿ ਕੀ ਹੋਇਆ ਹੋਏਗਾ ਇਸ ਤਰ੍ਹਾਂ ਦਾ ਕਿ ਬੱਚਾ ਇੱਕਦਮ ਖੇਡਦੇ ਉਹ ਬੇਹੋਸ਼ ਹੋਇਆ ਜਾਂ ਉਹਨੂੰ ਘਬਰਾਹਟ ਹੋਈ ਹੈ, ਔਰ ਜਦੋਂ ਜਿੰਨੀ ਦੇਰ 'ਚ ਤੁਹਾਡੇ ਕੋਲ ਮੈਨੂੰ ਲੱਗਦਾ 10-15 ਮਿੰਟ ਦੇ ਵਿੱਚ ਤੁਹਾਡੇ ਕੋਲ ਆਇਆ होएगा बच्चा, तो ये ब्रॉड डेड सीगा। वो पहले किसी और हॉस्पिटल में लिया गया था बच्चे को, और उसके बाद वहाँ से यहाँ आया। और जब यहाँ आया, मैं जैसे पहले भी कहा हूँ कि लेकिन सिम्टम्स जैसे आप बोल रहे हो, रिज्मोजेनिक डिसऑर्डर जो होते हैं हार्ट से रिलेटेड, वो ऑब्वियसली सिम्टम्स ऐसे ही देंगे। घबराहट होगी, पसीना होगा, फिर हो सकता है बीच में ठीक हो जाए, थोड़ी देर के बाद फिर से बच्चा खेलने लगेगा, फिर से वापस सिम्टम ऐसे हो जाएंगे। और ऐसे बहुत सारे कारण होते हैं, DCMP, मतलब बहुत सारे ऐसे हार्ट की कंडीशंस हैं जो ऐसे सिम्टम दे सकती हैं जो लगेगा कि हार्ट अटैक है। बट यंग एज पे हार्ट अटैक बहुत अनकॉमन है, बहुत रेयर है। ਪਰ ਇਹਦੇ ਵਿੱਚ ਤੁਸੀਂ ਜੋ ਕਹਿ ਰਹੇ ਹੋ ਕਿ ਹਾਰਟ ਅਟੈਕ ਵਰਗਾ ਲੱਗ ਰਿਹਾ, ਪਰ ਕੀ ਬੱਚੇ ਦੀ ਕੋਈ ਮੈਡੀਕਲ ਹਿਸਟਰੀ ਵੀ ਤੁਸੀਂ ਦੇਖ ਰਹੇ ਹੋ ਕਿ ਕੋਈ ਮੈਡੀਕਲ ਹਿਸਟਰੀ ਵੀ ਹੋ ਸਕਦੀ ਹੈ ਜਿਹਦਾ ਇਹ ਕਾਰਨ ਬਣਿਆ ਹੋਏਗਾ, ਜਾਂ ਇਹ ਸਡਨ ਡੈਥ है? ओबियसली सडन डेथ है, क्योंकि इसने टाइम नहीं दिया है, तो ये सडन कार्डियक डेथ ही है डेफिनेटली। बट जैसे एज़ पर हिस्ट्री उनके पेरेंट्स कुछ एग्जैक्टली हिस्ट्री नहीं दे पाए कि ऐसा कुछ पहले हुआ है। बट बहुत सारे साइलेंट होते हैं, साइलेंट रिथमोजेनिक डिसऑर्डर, जो एक्सरसाइज से प्रेसिपिटेट हो सकते हैं, एक्सट्रीम टेम्परेचर से, जैसे ठंड होती है आज के दिनों में, तो उससे प्रेसिपिटेट होते हैं कुछ इवेंट्स हार्ट से रिलेटेड। ਮੈਂ ਇਹੀ ਚਾਹਾਂਗਾ ਜਿਹੜੇ ਦਰਸ਼ਕ ਸਾਨੂੰ ਸੁਣ ਰਹੇ ਨੇ ਕਿ ਥੋੜ੍ਹਾ ਜਿਹਾ ਆਪਾਂ ਹੋਰ ਇਹਨੂੰ ਐਕਸਪਲੇਨ ਕਰ ਸਕੀਏ ਕਿ ਜਿਹੜਾ ਸਿੰਪਟਮ ਇਹ, ਜਾਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਅਨਕੋਮਨ ਹੈ, ਪਰ ਤੁਹਾਡੇ ਐਕਸਪੀਰੀਅੰਸ ਦੇ ਵਿੱਚ, ਤੁਹਾਡੇ ਜਿੰਨੀ ਦੇਰ ਤੋਂ ਤੁਸੀਂ ਪ੍ਰੈਕਟਿਸ ਕਰ ਰਹੇ ਹੋ, ਇਹਦੇ ਵਿੱਚ ਪਹਿਲੇ ਤੁਹਾਨੂੰ ਕਦੀ ਕੋਈ ਇਹੋ ਜਿਹਾ ਕੇਸ ਸਾਹਮਣੇ ਆਇਆ, ਜਾਂ ਨਹੀਂ ਵੀ ਆਇਆ ਤਾਂ ਕੀ ਇਹੋ ਜਿਹੀਆਂ ਚੀਜ਼ਾਂ ਰਹੀਆਂ ਹੋਣਗੀਆਂ ਕਿ ਠੰਡ ਸੀਗੀ, ਜਾਂ ਕੁਝ ਇਹੋ ਜਿਹਾ ਖਾ ਲਿਆ, ਖਾਣ ਪੀਣ ਕਾਰਨ ਹੋਇਆ ਹੋ ਸਕਦਾ ਹੈ, ਜਾਂ ਬੱਚਾ ਬਹੁਤ ਜ਼ਿਆਦਾ ਖੇਡ ਰਿਹਾ ਸੀਗਾ ਉਹ ਤਾਂ ਇੱਕ ਕਾਰਨ ਹੋ ਸਕਦਾ। ਇਹ ਕਾਰਨ ਸਰ ਸਮਝਣਾ ਬੜਾ ਜ਼ਰੂਰੀ ਹੋਇਆ ਪਿਆ। ਜਿੰਨਾ ਮੈਨੂੰ ਪਤਾ ਕਿ ਤੁਸੀਂ ਵੀ ਅਜੇ ਤੁਹਾਡੇ ਲਈ ਵੀ ਇੱਕ ਨਵਾਂ ਟਾਸਕ ਹੋਏਗਾ ਜ਼ਰੂਰ, ਪਰ ਜਿੰਨਾ ਕੁ ਤੁਸੀਂ ਸਮਝ ਪਾਏ ਹੋ ਉਹ ਮੈਂ ਚਾਹਾਂਗਾ ਕਿ ਸਧਾਰਨ ਭਾਸ਼ਾ ਦੇ ਵਿੱਚ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਸਕੀਏ। हमने इससे पहले भी देखे हैं, ऐसे सडन डेथ्स हमने पहले भी देखी हैं, बच्चों में भी देखी हैं, लेकिन उनने इतना टाइम दिया कि जिसमें इवैल्यूएशन हुई। मैं दिल्ली में भी देखा है बच्चा, उसका जिसको फैमिलियल हाइपर ट्राइग्लिसराइड में कहते हैं, उसमें जो ट्राइग्लिसराइड्स बॉडी में होते हैं, वो सब ने वर्ड सुना ही होगा, TG, तो वो ऑलमोस्ट 2000-3000 के ऊपर थे उस बच्चे के। मैं इसका बच्चे की बात नहीं कर रहा हूँ, मैं पहले की एग्जांपल दे रहा हूँ। तो उनका, हमें वो 13-14 ईयर्स की एज थी उनकी, बच्ची थी, तो उनका एंजियोग्राफी किया तो उनकी तीनों नाड़ियों में ऑलमोस्ट 99% ब्लॉकेज था। तो उसको हमने बाईपास के लिए भेजा, अगले दिन बाईपास करना था और रात को उसकी सडन डेथ हो गई। तो ऐसे रीज़न होते हैं, बच्चों में भी हार्ट अटैक हो सकते हैं, लेकिन उनके बैकग्राउंड में कुछ रीज़न्स होते हैं। बच्चों का हार्ट अटैक जैसे बड़ों से बिल्कुल डिफरेंट है। बड़ों में जैसे हमारे जो लाइफस्टाइल है, शुगर होगा बड़ों में, ब्लड प्रेशर होगा, ठीक है, मोटापा होगा, या फिर स्मोकिंग या ड्रग्स जो बड़ा अनफॉर्चुनेट है, वो चीज़ हो सकती है। फिर आपका जो लाइफस्टाइल है, जो सेडेंटरी लाइफस्टाइल है, ये बड़ों के रिस्क फैक्टर्स है। बच्चों में ये चीज़ें, क्योंकि एक्टिविटी बच्चों में भी आजकल कम हुई है, जंक फूड्स बहुत कॉमन है, यंग हाइपरटेंशन, बच्चों में ब्लड प्रेशर काफ़ी कॉमन होने लगा है अगर हम आजकल देखें। बिल्कुल, ਬੱਚੇ ਸਟ੍ਰੈਸ ਵੀ ਲੈ ਰਹੇ ਨੇ ਪੜ੍ਹਾਈ ਵਗੈरह ਦਾ, ਇਹ ਵੀ ਇੱਕ ਕਾਰਨ ਹੋ ਸਕਦਾ। ਹਾਈਪਰਟੈਂਸ਼ਨ, BP ਵੱਧ ਰਿਹਾ ਬੱਚਿਆਂ ਦਾ। बच्चों में काफ़ी जो हैं स्टडीज़ हैं, जो क्योंकि सेडेंटरी लाइफस्टाइल है, जो उनका स्क्रीन टाइम बहुत ज़्यादा हुआ है, आउटडोर एक्टिविटीज़ बहुत कम हुई हैं, तो उनके ब्लड प्रेशर डेफिनेटली थोड़ा सा हायर है, जितना होना चाहिए, नॉर्मल होना चाहिए, उससे थोड़ा बड़ा है। तो ये चीज़ों का ख्याल रखना है पेरेंट्स को, ठीक है। और जो हमारे टीचर्स हैं उनको स्कूल में भी ख्याल रखना है कि इनकी आउटडोर एक्टिविटीज़ उतनी एटलीस्ट 3-4 आवर्स ओवरऑल डे में होनी चाहिए। स्लीप टाइम जो है बच्चों का काफ़ी कम हुआ है, लेट तक वो मोबाइल देखते हैं, आईपैड पे खेलते रहते हैं। स्लीप टाइम हर एक एज ग्रुप का डिफरेंट होता है, बट एवरेज हम माने 10 घंटे के आसपास बच्चों की नींद होनी चाहिए, वो इम्पॉर्टेंट है। ये चीज़ें जितनी कम होती जाएंगी, रिस्क उतनी बढ़ते जाएंगे हार्ट से रिलेटेड डिसऑर्डर्स के। जंक फूड, मैदा खा रहे हैं, मेयोनीज़ बच्चे ज़्यादा खा रहे हैं, कि ये भी एक कारण इन्ना बीमारियां वाल जा रहा है, या एक कारण जोड़ के देख सकते हैं? जंक फूड डेफिनेटली एक रीज़न है, क्योंकि ओबेसिटी जंक फूड से ही आना है। आपका जो प्रिजर्वेटिव्स है उसमें सॉल्ट इंटेक बहुत हाई है, तो वो अल्टीमेटली बॉडी को ही हैम्पर कर रहा है, उसकी जो है बॉडी में ही जाना ये सारी चीज़ें, चाहे हार्ट से रिलेटेड हो, ब्रेन से रिलेटेड हो। ये एक्टिविटीज़ ओवरऑल जो है हार्ट को डैमेज करती हैं विद टाइम।
ਤੁਸੀਂ ਇਸ ਬੱਚੇ ਦਾ weight ਤੁਹਾਨੂੰ पता है कितना सीगा कितना को weight? डिफ़िकल्ट मैं वही आपको बोल रहा हूँ, इट्स वेरी डिफ़िकल्ट कि उसको आप किसी से रिलेट कर सकते हो, क्योंकि आपके पास टाइम उतना मिलना चाहिए कि आप इवैल्यूएट कर सकते हो। इस बच्चे पे ये कहना कि एग्जैक्टली क्या हुआ, इट्स वेरी डिफ़िकल्ट। वो सिर्फ ऑटोप्सी पे हो सकता है, वो बहुत डिफ़िकल्ट होता है। ਕਿਉਂਕਿ ਡਾਕਟਰ ਸਾਹਿਬ ਬੜਾ ਡਰ ਜਿਹਾ ਪੈ ਗਿਆ ਕਿ ਇਹ ਹੁੰਦਾ ਬੱਚਾ ਖੇਡ ਰਿਹਾ ਸੀਗਾ, ਬੱਚਿਆਂ ਨੂੰ ਖੇਡਣ ਵੀ ਦਈਏ ਜਾਂ ਨਾ ਦਈਏ, ਕਿਉਂਕਿ ਇੱਥੇ ਥੋੜ੍ਹੀ ਦੇਰ ਪਹਿਲਾਂ ਇੱਕ ਮੈਂ ਸਟੋਰੀ ਕਵਰ ਕੀਤੀ ਸੀ ਕਿ ਇੱਕ ਐਡਲਟ ਇੱਕ ਨੌਜਵਾਨ ਨੇ ਕ੍ਰਿਕਟ ਖੇਡ ਰਿਹਾ ਸੀਗਾ, ਤੁਹਾਡੇ ਫਿਰੋਜ਼ਪੁਰ ਦਾ ਹੀ ਉਹ ਮਾਮਲਾ ਹੈ, ਗੁਰੂ ਹਰਸਾਏ ਦਾ। ਉਹਨੇ ਸ਼ਾਟ ਖੇਡਿਆ, 6 ਮਾਰਿਆ, ਤਾਂ ਉਹਨੂੰ ਉਸੇ ਟਾਈਮ ਸਡਨਲੀ ਉਹਨੂੰ ਵੀ ਅਟੈਕ ਆ ਗਿਆ। ਹੁਣ ਬੱਚੇ ਐਕਟੀਵਿਟੀ ਵੀ ਕਰ ਰਹੇ ਨੇ ਕਿ ਜਿਹੜੀਆਂ ਬਲੋਕੇਜਿਸ ਲੱਗਦਾ ਹੈ, ਜੇਕਰ ਬਲੋਕੇਜ ਕੋਈ ਚੈੱਕ ਤਾਂ ਕਰਾਉਂਦਾ ਨਹੀਂ ਪਿਆ ਬੱਚੇ ਨੂੰ, ਪਰ ਜੇਕਰ ਕਿਸੇ ਨੂੰ ਬਿਮਾਰੀ ਹੈ ਤਾਂ ਜ਼ਿਆਦਾ ਖੇਡਣਾ ਵੀ, ਜ਼ਿਆਦਾ ਐਕਸਰਸਾਈਜ਼ ਕਰਨਾ, ਬੱਚਿਆਂ ਦੀ ਜ਼ਿਆਦਾ ਐਕਟੀਵਿਟੀ करना भी खतरनाक हो रहा है। ऐसा नहीं है कि एक्टिविटी करना खतरनाक हो सकता है, ऐसा बिल्कुल पॉसिबल नहीं है। बट हाँ, 2-3% पॉपुलेशन है जिनमें कुछ कंजेनिटल एबनॉर्मलिटीज़ हो सकती हैं। जैसे मैंने पहले आपको कहा, बहुत सारे ऐसे सिंड्रोम्स हैं जो एक्टिविटी से प्रेसिपिटेट होते हैं। कुछ स्विमिंग से प्रेसिपिटेट होते हैं, कुछ एक्सट्रीम टेम्परेचर में एक्टिविटी से प्रेसिपिटेट होते हैं। बट इसका मतलब ये नहीं कि हम 99% बच्चों की एक्टिविटी रोक लें, ऐसा नहीं है। कुछ बच्चों के ਵਿੱਚ सिम्टम हो सकते हैं, कुछ बच्चों में हो सकते हैं, बट वो है कि कंजेनिटल है उनका। अगर आप कभी ECG, उनके सिम्टम्स होंगे, कभी धड़कन वो बोलते हैं तेज़ हो रही है, कम हो रही है, उनका एक बार आप पीडियाट्रिशियन से चेक करवा लो, या चेक कराना चाहिए, ये भी दस सकते डॉक्टर अकॉर्डिंग। वो डिफरेंट सबसेट है, अलग अलग बच्चों में अलग अलग तरीके से उनको एवेलुएट करना पड़ेगा। वो आपको डॉक्टर गाइड कर लेगा। पीडियाट्रिशियन बच्चों के डॉक्टर के पास जा सकते हैं, वो एक बार गाइड कर देगा कि क्या करना है। अगर उसको लगा कि हार्ट के डॉक्टर के पास भेजने की ज़रूरत है, वो हार्ट के डॉक्टर के पास भेजेगा, और वो हार्ट की एवेल्यूशन फिर हम कर लेंगे उसके बाद। ਡਾਕਟਰ ਅਭਿਸ਼ੇਕ ਅਰੋੜਾ ਜੀ ਵੀ ਸਾਡੇ ਨਾਲ ਨੇ। ਅਭਿਸ਼ੇਕ ਜੀ, ਕਿਉਂਕਿ ਮੈਂ ਜਦੋਂ ਕੈਮਰਾ ਆਫ ਸੀਗਾ ਤੁਸੀਂ ਕਹਿ ਰਹੇ ਸੀ ਕਿ ਸਾਨੂੰ ਵੀ, ਆਪਾਂ ਵੀ ਆਪਣੇ ਬੱਚਿਆਂ ਦਾ ਹੁਣ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ ਹੈ। ਤੁਸੀਂ ਰੋਜ਼ਾਨਾ ਮਰੀਜ਼ਾਂ ਨੂੰ ਦਵਾਈ ਦੇ ਰਹੇ ਹੋ, ਉਹਨਾਂ ਦਾ ਟ੍ਰੀਟਮੈਂਟ ਕਰ ਰਹੇ ਹੋ, ਪਰ ਇਹ ਕੇਸ ਲੱਗ ਰਿਹਾ ਤੁਹਾਨੂੰ ਕਿ ਥੋੜ੍ਹਾ ਵੱਖਰਾ ਕੇਸ ਤੁਹਾਨੂੰ ਸਾਹਮਣਾ ਕਰਨਾ ਪਿਆ ਇਸ ਕੇਸ ਦਾ? ਵੱਖਰਾ ਇਸ ਲਈ ਕਿ ਦੇਖੋ, ਕਿਸੇ ਵੀ ਪਰਿਵਾਰ ਦਾ ਜਦੋਂ ਜੀ ਚਲਾ ਜਾਂਦਾ ਹੈ ਤਾਂ ਡੈਫੀਨੇਟਲੀ ਉਹ ਇੱਕ ਇਮੋਸ਼ਨਲ ਟਰਾਮਾ ਰਹਿੰਦਾ ਹੈ। ਔਰ ਇਹ ਬੱਚਾ ਕਿਉਂਕਿ ਬਹੁਤ ਛੋਟੀ ਉਮਰ ਦਾ ਸੀ, ਸਿਰਫ 8 ਸਾਲ ਦਾ ਬੱਚਾ, ਔਰ ਅਚਾਨਕ ਇਸ ਤਰ੍ਹਾਂ ਚਲੇ ਜਾਣਾ, ਤਾਂ ਡੈਫੀਨੇਟਲੀ ਉਹ ਸਾਰੇ ਸਮਾਜ ਲਈ, ਸਾਡੇ ਲਈ ਇੱਕ ਅਲਾਰਮ ਬੈਲ ਰੇਜ਼ ਹੁੰਦੀ ਹੈ। ਅਸੀਂ ਸਾਰੇ ਆਪਣੇ ਬੱਚਿਆਂ ਲਈ ਬਹੁਤ ਚਿੰਤਿਤ ਹਾਂ। ਤਾਂ ਮੈਨੂੰ ਲੱਗਦਾ ਹੈ ਕਿ ਇਸ ਘਟਨਾ ਤੋਂ ਸਾਨੂੰ ਡਰਨ ਦੀ ਬਜਾਏ ਰਾਦਰ ਅਵੇਅਰ ਹੋਣਾ ਚਾਹੀਦਾ। ਮੈਂ ਵੀ ਚਾਹੁੰਦਾ ਕਿ ਤੁਸੀਂ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅਵੇਅਰਨੈਸ ਦੇ ਵਿੱਚ ਮੈਡੀਕਲੀ ਅਵੇਅਰਨੈਸ ਕੀ ਹੋਣੀ ਚਾਹੀਦੀ, ਕਿ ਅਵੇਅਰਨੈਸ 'ਚੋਂ, ਕਿਉਂਕਿ ਅੱਜ ਮੈਂ ਸੋਚ ਰਿਹਾ ਤਾਂ ਮੈਨੂੰ ਲੱਗ ਰਿਹਾ ਕਿ ਅੱਛਾ ਠੀਕ ਹੈ, ਮੈਂ ਖਾਣਾ ਪੀਣਾ ਬੱਚੇ ਦਾ ਕੰਟਰੋਲ ਕਰਵਾਵਾਂ, ਪਰ ਮੈਨੂੰ ਇਹ ਵੀ ਲੱਗ ਰਿਹਾ ਕਿ ਜ਼ਿਆਦਾ ਖੇਡਣ ਦੇਣਾ ਚਾਹੀਦਾ ਜਾਂ ਨਹੀਂ ਖੇਡਣ ਦੇਣਾ ਚਾਹੀਦਾ, ਕਿਉਂਕਿ ਡਰ, ਪੈਨਿਕ ਤਾਂ ਕ੍ਰੀਏਟ ਹੋ ਹੀ ਰਿਹਾ। ਦੇਖੋ, ਮੈਨੂੰ ਲੱਗਦਾ ਹੈ ਕਿ ਡਰ ਨੂੰ ਸਾਨੂੰ ਪੋਜ਼ੀਟਿਵ ਸੈਂਸ ਵਿੱਚ ਲੈਣਾ ਚਾਹੀਦਾ ਹੈ, ਕਿ ਸਾਨੂੰ ਅਵੇਅਰ ਹੋਣਾ ਚਾਹੀਦਾ, ਫਿਕਰਮੰਦ ਹੋਣਾ ਚਾਹੀਦਾ ਹੈ ਕਿ ਆਪਾਂ ਆਪਣੇ ਬੱਚਿਆਂ ਦੀ ਜੀਵਨ ਸ਼ੈਲੀ ਜਿਹੜੀ ਹੈ, ਖਾਣ ਪੀਣ ਦਾ, ਉਹਦਾ ਖਾਸ ਧਿਆਨ ਰੱਖੀਏ। ਬਾਹਰ ਦੀਆਂ ਚੀਜ਼ਾਂ ਜਿੰਨੀਆਂ ਹੋ ਸਕੇ ਅਸੀਂ ਆਪਣੇ ਬੱਚਿਆਂ ਨੂੰ ਅਵੋਇਡ ਕਰਾਈਏ, ਔਰ ਆਪਣੇ ਨਿਗਰਾਨੀ ਦੇ ਵਿੱਚ ਆਪਾਂ ਬੱਚਿਆਂ ਨੂੰ ਕਿਸੇ ਕੰਸਟਰਕਟਿਵ ਆਊਟਡੋਰ ਐਕਟੀਵਿਟੀ ਦੇ ਵਿੱਚ ਆਪਾਂ ਇੰਗੇਜ ਰੱਖੀਏ। ਔਰ ਜਿਹੜਾ ਡਾਕਟਰੀ ਚੈੱਕਅਪ ਜਾਂ ਮੁਆਇਨਾ ਹੈ, ਉਹਨੂੰ ਸਾਨੂੰ ਨਾ ਡਰ ਕੇ ਉਸ ਤੋਂ ਭੱਜਣ ਦੀ ਬਜਾਏ ਆਪਾਂ ਨੂੰ ਜਿਹੜਾ ਹੈ ਟਾਈਮ ਟੂ ਟਾਈਮ ਆਪਣਾ ਵੀ, ਆਪਣੇ ਬਜ਼ੁਰਗਾਂ ਦਾ, ਆਪਣੇ ਬੱਚਿਆਂ ਦਾ, ਸਾਰੇ ਪਰਿਵਾਰ ਦਾ ਜਿਹੜਾ ਹੈ ਡਾਕਟਰੀ ਪਰਾਮਰਸ਼, ਕੰਸਲਟੇਸ਼ਨ ਨੂੰ ਆਪਾਂ ਨੂੰ ਸਮੇਂ-ਸਮੇਂ 'ਤੇ ਜ਼ਰੂਰ ਲੈਂਦੇ ਰਹਿਣਾ ਚਾਹੀਦਾ ਹੈ। ਡਾਕਟਰ ਸ਼ੌਕਤ, ਕਿਉਂਕਿ ਇਸ ਕੇਸ ਤੋਂ ਬਾਅਦ ਆਪਾਂ ਦੇਖ ਰਹੇ ਹਾਂ ਕਿ ਬੱਚਿਆਂ ਦਾ ਇੱਕ ਵੈਕਸੀਨੇਸ਼ਨ ਕਾਰਡ ਬਣਿਆ ਹੁੰਦਾ ਪੂਰਾ, ਵੈਕਸੀਨੇਸ਼ਨ ਪ੍ਰੋਪਰ ਹੈ ਜਾਂ ਨਹੀਂ, ਜਾਂ ਵੈਕਸੀਨੇਸ਼ਨ ਕੋਈ ਗਲਤ ਤਾਂ ਨਹੀਂ ਹੋ ਜਾਂਦੀ, ਕਿ ਇਸ ਤਰ੍ਹਾਂ ਦੇ ਵੀ ਕੇਸਿਸ ਹੋ ਸਕਦੇ ਨੇ। ਬੇਸ਼ੱਕ ਇਹ ਇੱਕ ਬੱਚੇ ਦੇ ਆਪਾਂ ਜ਼ਿਆਦਾ ਇਨਵੈਸਟੀਗੇਸ਼ਨ ਤਾਂ ਨਹੀਂ ਕਰ ਪਾਏ, ਬਟ ਇਹ ਕੇਸਿਸ ਦੇ ਵਿੱਚ ਕੀ ਇਹ ਜਿਹੜੇ ਸਵਾਲ ਨੇ, ਇਹਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜੀ ਆਪਾਂ ਵੈਕਸੀਨੇਸ਼ਨ ਕਰਾ ਰਹੇ ਹਾਂ ਬੱਚਿਆਂ ਦੀ, ਉਹ ਠੀਕ ਹੈ ਜਾਂ ਉਹ ਪ੍ਰੋਗਰਾਮ ਠੀਕ ਨਹੀਂ ਹੈ, ਕਿਉਂਕਿ ਕਈ ਡਾਕਟਰਸ ਦੇ ਵੱਖਰੀ ਵੈਕਸੀਨੇशंस भी ਹੁੰਦੀਆਂ ਨੇ। देखो, वैक्सीनेशन 2 तरीके, एक है कि जैसे हमें नेशनल प्रोग्राम जो है उसमें कुछ फिक्स्ड वैक्सीन्स हैं, फिर हैं कुछ एक्स्ट्रा एड ऑन वैक्सीन। जैसे आप किसी भी प्राइवेट डॉक्टर के पास जाओगे, एड ऑन वैक्सीन्स हैं, वो इम्पॉर्टेंट वैक्सीन्स हैं आजकल के। अगर हम आजकल की बात करेंगे तो वो वैक्सीनेशन, मेन जो नेशनल इम्यूनाइजेशन प्रोग्राम है उसके हिसाब से तो वो तो करने ही करने, उसमें तो कोई ऑप्शन नहीं है। एड ऑन वैक्सीन्स कुछ हैं जिनको करना चाहिए, वो अच्छा है बच्चे के लिए, अवॉइड करने की कोई ज़रूरत नहीं है, उससे वैक्सीन से कोई डैमेज नहीं होता है। क्योंकि बच्चे ਨੂੰ CPR ਇੱਥੇ ਲਿਆ ਕੇ ਦਿੱਤਾ ਗਿਆ, ਉਦੋਂ ਤੱਕ ਉਹ ਨਹੀਂ ਸੀਗਾ, ਇਸ ਤੋਂ ਪਹਿਲਾਂ ਦੂਜੇ ਹਸਪੀਟਲ ਵੀ ਲਿਜਾਇਆ ਗਿਆ। ਵੈਸੇ ਤਾਂ ਰੱਬ ਅੱਗੇ ਇਹੀ ਅਰਦਾਸ ਹੈ ਕਿਸੇ ਨੂੰ ਇੱਦਾਂ ਦੀ ਐਮਰਜੈਂਸੀ ਪਵੇ ਵੀ ਨਾ, ਪਰ ਜੇਕਰ ਜੋ ਬੱਚੇ ਦੇ ਸਿੰਪਟਮ ਆਏ, ਘਬਰਾਹਟ ਹੋਈ ਜਾਂ ਦਰਦ ਹੋਈ, ਕੀ ਉਸ ਵੇਲੇ ਇਮੀਡੀਏਟਲੀ ਟ੍ਰੀਟਮੈਂਟ ਉਹਦੇ ਆਸ-ਪਾਸ ਦੇ ਲੋਕ ਵੀ ਦੇ ਸਕਦੇ ਨੇ कुछ इस तरह का ट्रीटमेंट? हाँ, अगर इमीडिएटली CPR मिल जाए, क्योंकि ये बहुत इंपॉर्टेंट, अच्छा सवाल आपने पूछा कि अगर इमीडिएट CPR मिल जाए उसको,
कि जो फर्स्ट एक्टिविटी है, अगर हार्ट रुक गया, अगर विद इन 3-4 मिनट्स उसको CPR मिलेगा और रिवाइव हो जाए पेशेंट, तो उसके बाद आप बड़े हॉस्पिटल में उसको ले जाओ। लेकिन ये है कि हार्ट चलता रहना चाहिए। इवन उसको आप CPR करते करते हॉस्पिटल ले जाओ, वो भी अच्छा चीज़ है। CPR मतलब क्या होता है, आपको ਤੁਸੀਂ ਕਰਕੇ ਦੱਸ ਸਕਦੇ ਸੀਪੀਆਰ? CPR करना है, सिंपल है कि आपको हार्ट के एरिया में प्रेस करना है। हर एटलीस्ट 1 मिनट में 20 से 30 बार आपको प्रेस करना है, और साथ के साथ आप उसको एयरवे ओपन रखनी है, माउथ ब्रीदिंग करनी है, करवाएं। ये 2 चीज़ें करते करते उसको अगर हॉस्पिटल ले जाएंगे, जहाँ पे उसका हो सकता है इंट्यूबेट करना पड़े, ट्यूब डालना पड़े, वेंटिलेटर करके आपको नेक्स्ट हॉस्पिटल में, जो थोड़ा सा बड़ा हॉस्पिटल है जहाँ पे आपका फर्दर केयर किया जा सकता है। अगर CPR करते करते बच्चे को हॉस्पिटल ले जाएंगे तो थोड़ी बहुत पॉसिबिलिटी होती है कि उसका ब्रेन ठीक रहे, हार्ट चलता रहे, एटलीस्ट ब्लड सप्लाई चलते रहे, फिर हॉस्पिटल पहुंच के उसका एक्स्ट्रा केयर किया जा सकता है। कुछ पानी वगैरह भी पिलाया जा सकता? कुछ भी नहीं? जो भी अनकॉन्शियस होता है उसका पानी उसकी छाती में जाता है, वो नीचे नहीं जाता है, उसके फुट पाइप में नहीं जाता है, वो 90% उसकी छाती में जाता है, जो मोर डैमेज करता है। उस टाइम पानी अवॉइड करना चाहिए। और CPR करते हुए ऐसे पेशेंट को, जो ये बच्चे की बात करें, ऐसा बच्चा CPR करते हुए ਐਸਾ ਬੱਚਾ ਨੂੰ ਪਹਿਚਾਣ ਕਿਵੇਂ ਕਰਨਾ ਹੈ? ਇੱਕ ਵਾਰੀ ਫਿਰ ਦੁਬਾਰਾ ਜਦੋਂ ਕਦੋਂ ਲੱਗੇ ਕਿ ਇਹ ਅੱਛਾ ਇਸ ਬੱਚੇ ਨੂੰ ਇਹ ਮਤਲਬ ਹਾਰਟ ਅਟੈਕ वाली या हार्ट ਨਾਲ रिलेटेड कोई प्रॉब्लम हो रही है, घबराहट और पसीना की इनफ सिम्टम्स ने? अगर कोई मतलब वहाँ पे थोड़ा बहुत मेडिकली नॉलेज है, उसको वो पल्स देखेगा, पल्स उसको नहीं मिल रही है, चाहे हाथ पे चाहे वो उसके नेक पे पल्स देखे, वो नहीं मिल रही है, हार्ट पे हाथ रख के देखे कि हार्ट बीट उसको नहीं मिल रही, तो उसको इमीडिएटली CPR करना स्टार्ट करना चाहिए। ਅੱਛਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਉਸ ਬੱਚੇ ਦੇ ਕੀ ਹਾਲਾਤ ਸੀਗੇ ਔਰ ਕਿਵੇਂ ਜੇਕਰ ਅੱਗੇ ਕਿਸੇ ਨਾਲ ਇੱਕ ਘਟਨਾ ਵਾਪਰਦੀ ਹੈ ਤੇ ਕਿਵੇਂ ਬਚਾਅ ਵੀ ਕਰਨਾ ਹੈ, ਇਹ ਵੀ ਆਪਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਔਰ ਇਹ ਮੈਨੂੰ ਲੱਗਦਾ ਕਿ ਵੱਧ ਤੋਂ ਵੱਧ ਸ਼ੇਅਰ ਕਰਨੀ ਚਾਹੀਦੀ ਹੈ, ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰਨੀ ਚਾਹੀਦੀ ਹੈ। ਹਰ ਬੰਦਾ ਅਲਰਟ 'ਤੇ ਰਵੇ, ਅਵੇਅਰ ਰਵੇ, ਔਰ ਅਸੀਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਸੁਰੱਖਿਅਤ ਰੱਖ ਸਕੀਏ। ਇਹੋ ਜਿਹੇ ਸਾਨੂੰ ਸਟੈਪ ਲੈਣੇ ਚਾਹੀਦੇ। ਕੈਮਰਾਮੈਨ ਰੋਹਿਤ ਦੇ ਨਾਲ ਰਮਾਂਸ਼ੂ ਕਾਬਾ, ਦੈਨਿਕ ਸਵੇਰਾ TV, ਫਿਰੋਜ਼ਪੁਰ।